ਸਾਧੂ ਸੰਤ ਗੁਰਮੁਖ ਭਗਤ ਬ੍ਰਹਮ ਗਿਆਨੀ ਗੁਰਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਇਹਨਾਂ ਨਾਮਾਂ ਦੀ ਵਡਿਆਈ ਆਈ ਔਰ ਨਾਲ ਪਾਤਸ਼ਾਹ ਨੇ ਬਚਨ ਕਹੇ, ਸਾਧੂ ਹੋਵੇ, ਸੰਤ ਹੋਵੇ, ਬ੍ਰਹਮ ਗਿਆਨੀ ਹੋਵੇ, ਹਰ ਕਾ ਪਿਆਰਾ ਹੋਵੇ, ਉਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਸਿਰਫ ਤੇ ਸਿਰਫ ਉਸ ਦੀ ਵਡਿਆਈ ਹੋ ਸਕਦੀ ਹੈ, ਵਿਆਖਿਆ ਨਹੀਂ। ਵਿਆਖਿਆ ਕਿਉਂ ਨਹੀਂ ਹੋ ਸਕਦੀ? ਕਿਉਂਕਿ ਉਹ ਸੀਮਾ ਤੋਂ ਅਸੀਮ ਹੋ ਜਾਂਦਾ ਹੈ। ਉਹਦੀ ਦੁਨਿਆਵੀ ਤੌਰ ਤੇ ਕੋਈ ਸੀਮਾ ਨਹੀਂ ਰਹਿੰਦੀ। ਵਿਆਖਿਆ ਉਹ ਚੀਜ਼ ਦੀ ਹੈ ਜਿਹੜੀ ਸੀਮਾ ਵਿੱਚ ਹੋਵੇ। ਸਾਧੂ ਦੀ ਸ਼ਕਤੀ ਅਸੀਮ ਹੋ ਜਾਂਦੀ ਹੈ। ਉਹ ਅਕਾਲ ਪੁਰਖ ਰੱਬ ਦਾ ਰੂਪ ਹੋ ਜਾਂਦਾ ਹੈ। ਉਹਦੇ ਵਿੱਚ, ਗੁਰੂ ਵਿੱਚ, ਰੱਬ ਵਿੱਚ ਭੇਤ ਨਹੀਂ ਰਹਿੰਦਾ। ਜਦੋਂ ਪਾਤਸ਼ਾਹ ਨੇ ਸਾਧੂ ਦੀ, ਸੰਤ ਦੀ ਗੱਲ ਕਹੀ, ਰੱਬ ਦੇ, ਹਰੀ ਦੇ ਪਿਆਰੇ ਦੀ ਗੱਲ ਕਹੀ, ਉਦੋਂ ਪਾਤਸ਼ਾਹ ਨੇ ਕਿਹਾ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਜਦੋਂ ਗੁਰਸਿੱਖ ਦੀ ਸ਼ਖਸੀਅਤ ਦਾ ਜ਼ਿਕਰ ਕੀਤਾ, ਉਦੋਂ ਮਹਾਰਾਜ ਨੇ ਕਿਹਾ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਗੁਰਸਿੱਖ ਦੇ ਅੰਦਰ ਸਤਿਗੁਰੂ ਵਰਤਦਾ। ਸਤਿਗੁਰੂ ਵਿੱਚ ਤੇ ਗੁਰਸਿੱਖ ਵਿੱਚ ਫਿਰ ਭੇਦ ਨਹੀਂ ਰਹਿੰਦਾ। ਗੁਰੂ ਦੀਆਂ ਸ਼ਕਤੀਆਂ ਗੁਰਸਿੱਖ ਵਿੱਚੋਂ ਨਜ਼ਰ ਆਉਣ ਲੱਗ ਪੈਂਦੀਆਂ। ਹਰ ਹਰ ਜਨ ਦੋ ਏਕ ਹੈ, ਬਿਬ ਵਿਚਾਰ ਕਛ ਨਾਹੇ। ਰੱਬ ਤੇ ਰੱਬ ਦਾ ਜਨ ਇੱਕੋ ਜਿਹੇ ਹੋ ਜਾਂਦੇ ਨੇ। ਉਹ ਤਾਂ ਮਾਣ ਵਿੱਚ ਆ ਕੇ, ਰੱਬ ਦੇ ਪਿਆਰ ਵਿੱਚ ਆ ਕੇ ਰੱਬ ਨੂੰ ਕਹਿ ਵੀ ਦਿੰਦੇ ਨੇ, ਤੇਰੇ ਵਿੱਚ ਤੇ ਮੇਰੇ ਵਿੱਚ ਕੀ ਫਰਕ ਰਹਿ ਗਿਆ? ਹੁਣ ਸਿਰਫ ਇੰਨਾ ਹੀ ਅੰਤਰ ਰਹਿ ਗਿਆ ਕਿ ਤੂੰ ਆਕਾਰ ਤੋਂ ਰਹਿਤ ਨਿਰੰਕਾਰ ਹੈ ਤੇ ਮੈਂ ਇੱਕ ਸਰੀਰ ਦੇ ਆਕਾਰ ਵਿੱਚ ਹੈ। ਉਂਝ ਹੁਣ ਤੇਰੇ ਤੇ ਮੇਰੇ ਵਿੱਚ ਫਰਕ ਨਹੀਂ। ਇੰਨਾ ਕੁ ਫਰਕ ਹੈ ਜਿਵੇਂ ਸੋਨਾ ਪਿਆ ਹੋਵੇ ਤੇ ਸੋਨੇ ਦਾ ਬਣਿਆ ਗਹਿਣਾ ਪਿਆ ਹੋਵੇ। ਹੈ ਤਾਂ ਉਹ ਵੀ ਸੋਨਾ ਹੀ, ਪਰ ਉਹਦਾ ਆਕਾਰ ਬਣ ਗਿਆ। ਆਕਾਰ ਵਿੱਚੋਂ ਸੋਨੇ ਦਾ ਕੜਾ ਕੋਈ ਗਹਿਣਾ ਬਣ ਗਿਆ, ਪਰ ਹੈ ਉਹ ਸੋਨਾ ਹੀ। ਏਦਾਂ ਰੱਬ ਦੇ ਪਿਆਰੇ ਰੱਬ ਨੂੰ ਕਹਿ ਦਿੰਦੇ ਨੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਇਹ ਪਰਮੇਸ਼ਰ ਨਿਰੰਕਾਰ ਜੀ, ਇੰਨਾ ਕੁ ਫਰਕ ਹੈ ਜਿਵੇਂ ਸੋਨਾ ਤੇ ਸੋਨੇ ਦਾ ਕੜਾ ਹੋਵੇ, ਸਾਗਰ ਤੇ ਸਾਗਰ ਦੀਆਂ ਲਹਿਰਾਂ ਹੋਣ। ਹੈ ਤਾਂ ਉਹ ਸਮੁੰਦਰ ਵਿੱਚੋਂ ਉੱਠੀਆਂ, ਸਮੁੰਦਰ ਦਾ ਹੀ ਰੂਪ ਨੇ। ਤੂੰ ਆਕਾਰ ਰਹਿਤ ਨਿਰੰਕਾਰ ਹੈ, ਮੈਂ ਆਕਾਰ ਵਿੱਚ ਇੱਕ ਸਰੀਰ ਵਿੱਚ ਹਾਂ, ਪਰ ਤੇਰੇ ਵਿੱਚ ਤੇ ਮੇਰੇ ਵਿੱਚ ਹੁਣ ਭੇਦ ਨਹੀਂ ਰਿਹਾ। ਪਰ ਇਸ ਅਵਸਥਾ ਤੱਕ ਪਹੁੰਚਣ ਲਈ ਸਾਧ ਸੰਗਤ ਬਹੁਤ ਵੱਡੀ ਘਾਲਣਾ ਸਾਧੂਆਂ ਨੂੰ ਘਾਲਣੀ ਪੈਂਦੀ ਹੈ। ਔਰ ਮਾਫ ਕਰਿਓ, ਇੱਕ ਜਨਮ ਦੀ ਨਹੀਂ, ਉਹਨਾਂ ਨੂੰ ਕਈ ਜਨਮਾਂ ਦੀ ਘਾਲਣੀ ਪੈਂਦੀ ਹੈ। ਕਈ ਜਨਮਾਂ ਦੀ ਬੰਦਗੀ ਲੈ ਕੇ ਉਹ ਸਰੀਰ ਸੰਸਾਰ ਵਿੱਚ ਆਉਂਦੇ ਨੇ। ਦੁਨੀਆ ਵਿੱਚ ਕੋਈ ਕਾਲਜ, ਕੋਈ ਯੂਨੀਵਰਸਿਟੀ ਨਹੀਂ ਹੈ ਜਿੱਥੇ ਸੰਤ ਬਣਾਏ ਜਾਂਦੇ ਹੋਣ। ਜੇ ਬਣਾਏ ਜਾਂਦੇ ਹੋਣ ਸਾਰੇ ਬਣ ਜਾਣ। ਹਰ ਬੰਦਾ ਚਾਹੁੰਦਾ ਮੈਂ ਸੰਤ ਬਣ ਜਾ। ਸੰਤ ਧੁਰ ਦਰਗਾਹ ਤੋਂ ਥਾਪਿਆ ਹੋਇਆ ਆਉਂਦਾ ਹੈ। ਸੰਤ ਧੁਰ ਦਰਗਾਹ ਤੋਂ ਵਰੋਸਾਇਆ ਹੋਇਆ ਆਉਂਦਾ ਹੈ। ਉਹ ਪਿਛਲੇ ਕਈ ਜਨਮਾਂ ਦਾ ਪਰ ਉਪਕਾਰ ਨਾਲ ਲੈ ਕੇ ਆਉਂਦਾ ਹੈ। ਤਾਂ ਪਾਤਸ਼ਾਹ ਨੇ ਕਿਹਾ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਉਹ ਪਿਛਲੇ ਕਈ ਜਨਮਾਂ ਦਾ ਪਰ ਉਪਕਾਰ ਨਾਲ ਲੈ ਕੇ ਆਏ ਨੇ ਧਰਤੀ ਤੇ। ਪਾਤਸ਼ਾਹ ਨੇ ਕਿਹਾ, ਔਖਾ ਕਿੰਨਾ ਕੁ ਹੈ? ਤਾਂ ਹਜ਼ੂਰ ਕਹਿੰਦੇ, ਇਹ ਕਬ ਘਟ ਘਾਟੀ ਰਾਮ ਕੀਤੇ ਚੜ ਰਹਿਓ ਕਬੀਰ, ਬਹੁਤ ਔਖੀ ਘਾਟੀ ਹੈ। ਜਿੱਦਣ ਉਹ ਸਾਧੂ ਉਸ ਘਾਟੀ ਨੂੰ ਚੜ ਜਾਂਦਾ ਹੈ, ਉਸ ਅਵਸਥਾ ਵਿੱਚ ਚਲਿਆ ਜਾਂਦਾ ਹੈ, ਉਦਣ ਫਿਰ ਰੱਬ ਤੇ ਉਹ ਇੱਕ ਹੋ ਜਾਂਦੇ ਨੇ। ਅਬ ਤੋਂ ਜਾਏ ਚੜ੍ਹੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਇੱਕ ਭਏ ਹੈ, ਕੋਈ ਨਾ ਸਕੇ ਪਛਾਨੀ। ਪਾਤਸ਼ਾਹ, ਇਸ ਅਵਸਥਾ ਤੇ ਸਾਧੂ ਕੌਣ ਪਹੁੰਚਦਾ ਹੈ? ਹਜ਼ੂਰ ਨੇ ਬਚਨ ਕਹੇ, ਜਿਹੜਾ ਉਸ ਪਿਆਰੇ ਦੇ ਅੱਗੇ ਜਿਉਂਦਿਆਂ ਜੀ ਮਰ ਜਾਂਦਾ ਹੈ, ਕਿਉਂਕਿ ਸਭ ਤੋਂ ਔਖਾ ਜਿਉਂਦਿਆਂ ਜੀ ਮਰਨਾ ਹੈ।
ਇੱਕ ਦਿਨ ਸਰੀਰ ਕਰਕੇ ਤਾਂ ਮਰ ਹੀ ਜਾਣਾ ਹੈ। ਉਹ ਤਾਂ ਹਰ ਬੰਦੇ ਨੂੰ ਮੌਤ ਆਉਂਦੀ ਹੈ। ਤੁਸੀਂ ਨਾ ਵੀ ਮੰਗੋ ਤਾਂ ਵੀ ਮਰਨਾ ਪਏਗਾ, ਤੁਸੀਂ ਨਹੀਂ ਵੀ ਮਰਨਾ ਚਾਹੁੰਦੇ ਤਾਂ ਵੀ ਦੁਨੀਆ ਤੋਂ ਜਾਣਾ ਪਏਗਾ। ਕੋਈ ਬੰਦਾ ਰਹਿ ਨਹੀਂ ਸਕਦਾ। ਰਾਣਾ ਰਾਓ ਨ ਕੋ ਰਹਿ, ਰੰਗ ਨ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਇਸ ਸੰਸਾਰ ਵਿੱਚ ਕੋਈ ਦਾਵਾ ਕਰੇ ਮੈਂ ਰਹਿਣਾ, ਰਹਿ ਨਹੀਂ ਸਕਦਾ। ਪਰ ਮਰਨਾ ਕਿਹੜਾ ਪ੍ਰਵਾਨ ਹੈ। ਜਿਹਨੂੰ ਪਾਤਸ਼ਾਹ ਨੇ ਕਿਹਾ ਜਿਸ ਪਿਆਰੇ ਸਿਉਨੇ ਹੋ, ਤਿਸ ਆਗੇ ਮਰ ਚੱਲੀਐ। ਤ੍ਰਿਗ ਜੀਵਨ ਸੰਸਾਰ, ਤਕ ਪਾਤਸ਼ਾਹ ਜੀਵਨ। ਸੰਤ ਜਿਉਂਦਿਆਂ ਜੀ ਮਰ ਕੇ ਚੱਲਦਾ ਹੈ। ਔਰ ਸਾਧ ਸੰਗਤ ਫਿਰ ਕਮਾਲ ਦੀ ਗੱਲ ਹੈ, ਮੁਰਦੇ ਦੀ ਕੋਈ ਇੱਛਾ ਹੀ ਨਹੀਂ ਹੁੰਦੀ। ਮੁਰਦੇ ਨੂੰ ਤੁਸੀਂ ਭੋਏ ਲਟਾ ਦਿਓ, ਮੁਰਦੇ ਨੂੰ ਕਿਸੇ ਬੈੱਡ ਤੇ ਲਾਸ਼ ਪਾ ਦਿਓ, ਉਹਨੂੰ ਕੀ ਹੈ। ਮੁਰਦੇ ਨੂੰ ਚੰਦਨ ਨਾਲ ਸਾੜ ਦਿਓ, ਮੁਰਦੇ ਨੂੰ ਵਗਦੇ ਪਾਣੀ ਵਿੱਚ ਸੁੱਟ ਦਿਓ, ਉਹਦਾ ਕੀ ਫਰਕ ਹੈ। ਜੇ ਮ੍ਰਿਤਕ ਕੋ ਚੰਦਨ ਚੜਾਵੇ, ਉਸਦੇ ਕਹੋ ਕਵਨ ਫਲ ਪਾਵੇ। ਜੇ ਮ੍ਰਿਤਕ ਕੋ ਬਿਸਟਾ ਮਾਹੇ ਰੁਲਾਈ, ਤਾਂ ਮ੍ਰਿਤਕ ਕਾ ਕਿਆ ਘਟ ਜਾਈ। ਜਿਵੇਂ ਮਰੇ ਸਰੀਰ ਦਾ ਘਟਦਾ ਨਹੀਂ ਕੁਝ, ਏਦਾਂ ਯਾਦ ਰੱਖਿਓ ਸਾਧੂ ਜਿਉਂਦਿਆਂ ਜੀ ਮਰ ਜਾਂਦਾ, ਉਹਦੇ ਉੱਤੇ ਦੁਨੀਆ ਦਾ ਅਸਰ ਹੀ ਨਹੀਂ ਹੁੰਦਾ। ਉਹਦਾ ਕੁਝ ਵੀ ਘਟਦਾ ਨਹੀਂ ਹੈ। ਉਹਨੂੰ ਹਜ਼ਾਰਾਂ ਲੱਖਾਂ ਲੋਕ ਨਿੰਦਿਆ ਵੀ ਕਰਨ, ਸਾਧੂ ਦਾ ਕੁਝ ਵੀ ਨਹੀਂ ਘਟਦਾ। ਉਹਦਾ ਮਾਣ ਤਾਣ ਸਦਾ ਬਣਿਆ ਰਹਿੰਦਾ। ਇੱਕ ਬੜੀ ਕਮਾਲ ਦੀ ਗੱਲ ਹੈ, ਦੁਨੀਆ ਵਿੱਚ ਤੁਸੀਂ ਸੋਹਣਾ ਬਣਨਾ ਹੋਵੇ ਕੱਪੜੇ ਸੋਹਣੇ ਪਾਉਣੇ ਪੈਂਦੇ। ਜੇ ਕੱਪੜੇ ਸੋਹਣੇ ਨਹੀਂ, ਤੁਸੀਂ ਸੋਹਣੇ ਨਹੀਂ ਲੱਗਦੇ। ਚੰਗੀ ਭਲੀ ਸ਼ਕਲ, ਸੋਹਣਾ ਰੰਗ, ਸਾਫ਼ ਰੰਗ ਵੀ ਹੋਵੇ, ਮੈਲੇ ਕੁਚਲੇ ਕੱਪੜੇ ਪਾਏ ਨੇ, ਉਹ ਲੋਕ ਸੋਹਣੇ ਨਹੀਂ ਲੱਗਦੇ। ਕਈ ਵਾਰ ਸਾਧ ਸੰਗਤ ਲੋਕ ਕੁੱਲੀਆਂ 'ਚ ਰਹਿੰਦੇ ਨੇ, ਰੰਗ ਸਾਫ਼ ਹੈ, ਉਹ ਸੋਹਣੇ ਥੋੜੀ ਲੱਗਦੇ ਨੇ। ਕਈਆਂ ਦਾ ਰੰਗ ਬਾਹਰੋਂ ਸੋਹਣਾ ਨਹੀਂ ਹੈ, ਪਰ ਬਾਹਰੀ ਤੌਰ ਤੇ ਪੈਸੇ ਨਾਲ ਸੋਹਣੇ ਬਣ ਜਾਂਦੇ ਨੇ। ਉਹ ਕਿਸੇ ਪਾਰਲਰ ਵਿੱਚ ਜਾ ਕੇ ਕੋਈ ਸੋਹਣਾ ਹੋ ਸਕਦਾ, ਕੱਪੜੇ ਮਹਿੰਗੇ ਪਾ ਕੇ ਸੋਹਣਾ ਹੋ ਸਕਦਾ, ਪਰ ਪਾਤਸ਼ਾਹ ਕਹਿੰਦੇ ਉਹ ਸਰੀਰ ਕਰਕੇ ਹੈ। ਇਹ ਭਾਜ ਬਹੁਤੀ ਦੇਰ ਸੋਹਣਾ ਨਹੀਂ ਰਹਿੰਦਾ। ਰੱਬ ਦੇ ਪਿਆਰੇ ਕੌਣ ਸੋਹਣੇ ਨੇ? ਜਿਹੜੇ ਜਿਉਂਦਿਆਂ ਜੀ ਵੀ ਸੋਹਣੇ ਨੇ। ਔਰ ਸਾਧ ਸੰਗਤ ਉਹਨਾਂ ਕੋਲ ਕੱਪੜੇ ਮਹਿੰਗੇ ਨਾ ਵੀ ਹੋਣ, ਉਹ ਤਾਂ ਵੀ ਸੋਹਣੇ ਹੁੰਦੇ ਨੇ। ਉਹਨਾਂ ਦੀ ਮਹਿਕ ਖੁਸ਼ਬੂ ਵੱਖਰੀ ਹੁੰਦੀ ਹੈ। ਵਾਹੋ ਵਾਹੋ ਕਰੇ ਸਹੀ ਜਨ ਸੋਹਣੇ, ਤਿੰਨ ਕੋ ਪਰਜਾ ਪੂਜਣ ਆਈ। ਪੂਰੀ ਦੁਨੀਆ ਉਹਨਾਂ ਨੂੰ ਪੂਜਦੀ ਹੈ। ਰੰਗ ਨਾ ਵੀ ਸੋਹਣਾ ਹੋਵੇ, ਉਹ ਪੂਰੀ ਪਰਜਾ ਦੇ ਰਾਜੇ ਬਣ ਜਾਂਦੇ ਨੇ। ਕੱਪੜੇ ਮਹਿੰਗੇ ਨਾ ਵੀ ਹੋਣ, ਰਾਜਾ ਕੋਈ ਬਣਦਾ ਹੈ ਤੇ ਕੱਪੜੇ ਮਹਿੰਗੇ ਹੁੰਦੇ ਨੇ ਉਹਦੇ। ਜਿਹਦੇ ਕੋਲ ਅਮੀਰੀ ਹੈ, ਪੈਸਾ ਹੈ, ਉਹਨੂੰ ਲੋਕ ਰਾਜਾ ਮੰਨਦੇ ਨੇ। ਛੋਟੇ ਜਿਹੇ ਪਿੰਡ ਦਾ ਸਰਪੰਚ ਬਣਾਉਣਾ ਹੋਵੇ ਤਾਂ ਵੀ ਲੋਕ ਪੈਸੇ ਵੇਖਦੇ, ਇਹਦੇ ਕੋਲ ਹੈ ਕੀ ਹੈ। ਪਰ ਜਦੋਂ ਗੱਲ ਪੂਰੀ ਸ੍ਰਿਸ਼ਟੀ ਦੇ ਰਾਜੇ ਦੀ ਚੱਲੀ, ਉਦੋਂ ਪਾਤਸ਼ਾਹ ਨੇ ਕਿਹਾ ਉਹਦੇ ਕੱਪੜੇ ਬਹੁਤੇ ਸੋਹਣੇ ਨਹੀਂ, ਉਹਦਾ ਘਰ ਕੋਈ ਬਹੁਤਾ ਵੱਡਾ ਨਹੀਂ। ਹੋ ਸਕਦਾ ਉਹ ਕੁੱਲੀ 'ਚ ਰਹਿੰਦਾ ਹੋਵੇ, ਖੱਦਰ ਦਾ ਚੋਲਾ ਪਾਉਂਦਾ ਹੋਵੇ, ਪਰ ਜਿੱਦਣ ਉਹਦੀ ਰੱਬ ਨਾਲ ਸਿੱਧੀ ਬਣ ਜਾਂਦੀ ਹੈ, ਉਹਦੀ ਪਾਵਰ ਬਹੁਤ ਵੱਧ ਜਾਂਦੀ, ਉਹ ਪੂਰੀ ਸ੍ਰਿਸ਼ਟੀ ਦਾ ਰਾਜਾ ਹੋ ਜਾਂਦਾ। ਤਾਈਓ ਪਾਤਸ਼ਾਹ ਨੇ ਕਿਹਾ ਵਸਤਾ ਟੁੱਟੀ ਝੁੰਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਭਰ ਮਿੰਨਾ। ਦੁਨੀਆ ਵਿੱਚ ਜਾਤ ਕਰਕੇ ਵੀ ਕਈਆਂ ਦੀ ਵਡਿਆਈ ਹੈ, ਪਰ ਸਾਧ ਸੰਗਤ ਭਗਤੀ ਕਰਨ ਵਾਲੇ ਦੀ ਜਾਤ ਬਿਨਾਂ ਸੰਸਾਰ 'ਚ ਕੋਈ ਬਹੁਤੀ ਵਧੀਆ ਹੋਵੇ। ਉਹਨੂੰ ਲੋਕ ਕਹਿ ਨਾ ਕਹਿਣ ਵੇ ਦੀ ਜਾਤ ਬਹੁਤ ਉੱਚੀ ਹੈ, ਨਹੀਂ। ਜਾਤ ਨਾ ਪਤ ਨਾ ਆਦਰੋ, ਉਦਿਆਨ ਭਰ ਮਿੰਨਾ, ਮਿੱਤਰ ਨਾ ਇਠ ਧਨ ਰੂਪ, ਹੀਣ ਕਿਛ ਸਾਕ ਨਾ ਸਿੰਨਾ। ਨੈਣ ਨਕਸ਼ ਰੰਗ ਵੀ ਕੋਈ ਬਹੁਤਾ ਸੋਹਣਾ ਨਾ ਹੋਵੇ, ਪਰ ਭਗਤੀ ਵੇਖੋ ਕਿੰਨੀ ਵੱਡੀ ਹੈ। ਵਾਹ ਵਾਹ ਕਰੇ ਸਹੀ ਜਨ ਸੋਹਣੇ, ਤਿੰਨ ਕੋ ਪਰਜਾ ਪੂਜਣ ਆਈ। ਜਾਤ ਨ ਪਤ ਨ ਆਦਰੋ, ਧਿਆਨ ਭਰ ਮਿੰਨਾ, ਮਿੱਤਰ ਨ ਇਠ ਧਨ ਰੂਪ, ਹੀਣ ਕੇ ਸਾਕ ਨ ਸਿੰਨਾ। ਪਾਤਸ਼ਾਹ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ। ਉਹ ਪੂਰੀ ਦੁਨੀਆ ਦਾ ਰਾਜਾ ਹੋ ਸਕਦਾ ਹੈ, ਉਹਦਾ ਹੁਕਮ ਪੂਰੀ ਦੁਨੀਆ ਤੇ ਚੱਲ ਸਕਦਾ ਹੈ। ਇਸ ਤਰ੍ਹਾਂ ਵੀ ਹੋ ਸਕਦਾ ਹੈ ਉਹਦਾ ਹੁਕਮ ਇੰਨਾ ਵੱਡਾ ਹੋ ਜਾਏ, ਇੱਥੇ ਬੈਠਿਆਂ ਦੁਨੀਆ ਦੇ ਦੂਜੇ ਕੋਨੇ ਵਿੱਚ ਕੋਈ ਹੁਕਮ ਕਰਦਾ, ਉੱਥੇ ਵੀ ਤਬਦੀਲੀ ਆ ਸਕਦੀ ਹੈ। ਸਾਧੂ ਦੀ ਪਾਵਰ ਇੰਨੀ ਵੱਧ ਜਾਂਦੀ ਹੈ। ਇਸੇ ਲਈ ਸੰਤ ਦੀ ਵਿਆਖਿਆ ਨਹੀਂ ਹੋ ਸਕਦੀ।
संत की सिर्फ वड्याई की जा सकती है क्योंकि उसकी पावर असीम हो जाती है, उसकी शक्ति उसकी गति वध जाती है। वो शरीर में रहिंदियां किसी होर दुनिया में रहन लग पैंदा, इस दुनिया में रहिंदा ही नहीं। लोगों को भुलेखा पैंदा वे शायद इत्थे है, पर साध संगत ਉਹਦਾ शरीर ਤੁਹਾਨੂੰ लोगों च घूमदा नज़र आउंदा है, पर ਉਹਦੀ सुरत इत्थे नहीं रहिंदी, वो किसी होर देश की वासी हुंदी है। कित्थे पातशाह ने बाणी अंदर बचन कहा, कहंदे गौड़ी महला पंजवा रैन दिनस रहै एक रंगा। दिन रात 24 घंटे रैन दिनस रहै एक रंगा, प्रभ को जाने सद ही संगा। हरख सोग दोहूं ते मुकते, ये संत की वड्याई है। हरख सोग अपन दोवां विच फसे हुए हैं, कदे खुशी भी हुंदी है, कदे गम हुंदा, उदास हो जाइदा है। कदे आपां बहुत खुशी मनाई दी है, कदे उदास हो जाइदा है। कदे घर विच हरख है, कदे सोग है, कदे दुख है, कदे सुख है। पर साधु किहड़े देश विच रहिंदा है? ਉਹਨੂੰ ਪਾਤਸ਼ਾਹ ਨੇ ਕਿਹਾ ਹਰਖ ਸੋਗ ਦੋਹੂੰ ਤੇ ਮੁਕਤੇ। ਭਾਈ ਉਹ ਹਰਖ ਸੋਗ ਦੋਵਾਂ ਤੋਂ ਮੁਕਤ ਹੈ, ਸਦਾ ਅਲਿਪਤ ਰਹਿੰਦਾ ਦੁਨੀਆ ਵਿੱਚ ਹੀ ਹੈ, ਲੇਪ ਨਹੀਂ ਲੱਗਦਾ ਉਹਨੂੰ, ਦੁਨੀਆ ਦੀ ਕੋਈ ਚੀਜ਼ ਦਾ ਅਸਰ ਹੀ ਨਹੀਂ ਹੁੰਦਾ ਉਹਦੇ ਤੇ। ਸਦਾ ਅਲਿਪਤ ਜੋਗ ਹਰ ਜੁਗਤੇ ਦਿਸੈ ਸਭ ਮੈਂ। ਤੁਹਾਨੂੰ ਘੁੰਮਦੇ ਨਜ਼ਰ ਆ ਸਕਦੇ ਨੇ, ਵੇ ਫਲਾਨਾ ਸੰਤ ਹੈ ਜੀ, ਰਹਿੰਦਾ ਤੁਹਾਡੇ ਵਿੱਚ ਹੀ ਹੈ, ਪਰ ਦਿਸੈ ਸਭ ਮੈਂ ਸਭ ਤੇ ਰਹਤੇ। ਪਾਰ ਬ੍ਰਹਮ ਕਾ ਉਹ ਧਿਆਨ ਧਰਤੇ। 24 ਘੰਟੇ ਉਹਨਾਂ ਦੀ ਸੁਰਤ ਧਿਆਨ ਪਾਰ ਬ੍ਰਹਮ ਵਿੱਚ ਰਹਿੰਦੀ ਹੈ। ਉਸ ਦੇਸ਼ ਵਿੱਚ ਰਹਿੰਦੀ ਜਿੱਥੇ ਕੋਈ ਗਮ ਨਹੀਂ ਹੈ। ਇੱਥੇ ਗਮ ਬਹੁਤ ਨੇ। ਇੱਥੇ ਜਿਹਦੇ ਕੋਲ ਜਿੰਨਾ ਪੈਸਾ ਹੈ ਉਨਾ ਜ਼ਿਆਦਾ ਗੋਲੀਆਂ ਖਾ ਕੇ ਰਾਤ ਨੂੰ ਸੌਂਦਾ ਹੈ। ਇੱਥੇ ਤਾਂ ਗਮ ਨਾਲ ਭਰੀ ਦੁਨੀਆ ਹੈ। पर साधु केड़ी दुनिया च रहिंदा है? जिथे बेगम पुरा शहर को नाओ, दुख अंदो नहीं तैं ठाओ। ना तसवीस खराज न माल, खौफ ना खता ना तरस जवाल। साधु नूं किसे दा कोई खौफ नहीं रहिंदा, वो डरदा ही नहीं किसे तो। आपां सारे डरदे हां, हर बंदे दे अंदर डर है, पैसा ना चला जाए, जिहड़े अहुदे ते मैं बैठा वो ना चला जाए, जिहड़ा मेरे तो मोहरे जांदा है ਉਹਦੀ जगह ते कोई होर ना आ जाए, जिहड़ी जगह ते मैं बैठा मेरे पिछे आउण वाला वो ना मल लै। डर विच रहिंदे ने। वड्डे वड्डे मिनिस्टर लोग डर विच बैठे ने, वड्डे वड्डे PM प्राइम मिनिस्टर लोग डर विच बैठे ने। हर बंदा डर विच है, मेरे कोलों आ चीज़ चली ना जाए। जे कोई निरभै है, जिन्हों डर नहीं आउंदा, वो सिर्फ संत हो सकता है। उन्होंने कोई खौफ नहीं। खौफ ना खता। खता का अर्थ की हुंदा है? धोखा। कहने संत नाल कोई धोखा नहीं कर सकता। हर बंदे नूं धोखा हो जाता है। तुसी रिश्तियां विच धोखा खा जाते हो, तुसी व्यापार विच धोखा खा जाते हो, तुसी कारोबार विच धोखा खा जाते हो, पर संत नूं कदे धोखा नहीं लगता। क्यों? धोखा किहदे नाल हुंदा है? जिन्हों रब भुल जाए। संत नूं 24 घंटे रहन दिनस रहै करंगा, उहदे नाल कोई धोखा कर ही नहीं सकता। हर विसरत सदा खुआरी, ताको धोखा कहाँ व्यापै, जाको ओट तुहारी। इसलिए संत नूं कदे धोखा नहीं लगता। खौफ ना खता, उहदे नाल कोई खता कर ही नहीं सकता। ना तरस जिवाल। ओ साधु जिहदा शरीर इस लोक विच रहिंदा है, पर सुरती किसी होर मंडल विच रहिंदी है। जदों उहदी सुर तट्ठे पहर 24 घंटे उस मंडल विच, उस देश विच रहन लग पैंदी है, तुसीं हैरान होवोगे। संत दी गति, उहदी पावर, उहदी शक्ति इन्नी तेज हो जाती है जिन्हों कोई बंदा लिख नहीं सकता, कोई बंदा मिण नहीं सकता। ताइयों मैं बेनती कही, व्याख्या नहीं हो सकती, वड्याई हो सकती है। संत रहत सुनो मेरे भाई, उहां की महिमा कथन ना जाई। व्याख्या हो नहीं सकती। हुण तुसीं कहोगे वो किवें जी? एक उदाहरण तुहाडे पकड़ विच रहेगी। एक दिन मैं दरबार साहिब तो भी एक कथा कही। 2-3 साधन ने मंजिल ते पहुंचण वास्ते। किसी कोल साइकिल हो सकता है, वो रोड ते जांदा है।
ਕਿਸੇ ਬੰਦੇ ਕੋਲ ਸਕੂਟਰ ਹੋ ਸਕਦਾ ਹੈ, ਉਹਦੀ ਰਫ਼ਤਾਰ 40 50 60 ਦੀ ਸਪੀਡ ਹੋ ਜਾਂਦੀ ਹੈ। ਸਾਈਕਲ ਵਾਲਾ 20 ਦੀ ਸਪੀਡ ਤੇ ਜਾਂਦਾ ਹੈ, 10 ਦੀ ਸਪੀਡ ਤੇ ਜਾਂਦਾ ਹੈ। ਕਿਸੇ ਕੋਲ ਕਾਰ ਹੋ ਸਕਦੀ ਹੈ, ਉਹਦੀ ਸਪੀਡ ਦੁੱਗਣੀ ਚੌਗਣੀ ਹੋ ਗਈ ਸਕੂਟਰ ਨਾਲੋਂ। ਜੇ ਸਕੂਟਰ ਵਾਲਾ 60 ਤੇ ਜਾਂਦਾ ਹੈ ਤੇ ਕਾਰ ਵਾਲਾ 120 ਤੇ ਜਾ ਸਕਦਾ, ਉਹਦੀ ਦੁੱਗਣੀ ਸਪੀਡ ਹੈ। ਉਸ ਤੋਂ ਬਾਅਦ ਕਿਸੇ ਮੰਜ਼ਿਲ ਤੇ ਪਹੁੰਚਣ ਵਾਸਤੇ ਦੂਜੇ ਦੇਸ਼ ਜਾਣਾ ਹੈ, ਫਿਰ ਸ਼ਿਪ ਕੰਮ ਕਰਦਾ ਹੈ। ਸ਼ਿਪ ਦੀ ਸਪੀਡ ਜਿਹੜੀ ਹੈ ਉਹ ਕਾਰ ਨਾਲੋਂ ਦੁੱਗਣੀ ਹੋ ਸਕਦੀ ਹੈ। ਜੇ ਕਾਰ 120 40 50 ਤੇ ਜਾਂਦੀ ਹੈ, ਉਹ 250 300 ਸਪੀਡ ਤੇ ਵੀ ਜਾਂਦਾ ਪਾਣੀ ਵਿੱਚ, ਬਹੁਤ ਤੇਜ਼ ਜਾਂਦਾ ਹੈ। ਹੁਣ ਸ਼ਿਪ ਨਾਲੋਂ ਜ਼ਿਆਦਾ ਸਪੀਡ ਤੇਜ਼ ਗਤੀ ਕਿਹੜੀ ਚੀਜ਼ ਦੀ ਹੈ? ਜਹਾਜ਼ ਦੀ, ਜਿਹੜਾ ਆਕਾਸ਼ ਵਿੱਚ ਚੱਲਦਾ ਹੈ। ਧਰਤੀ ਉੱਤੇ ਪਾਣੀ ਉੱਤੇ ਨਹੀਂ, ਆਕਾਸ਼ ਵਿੱਚ ਚੱਲਦਾ ਹੈ। ਔਰ ਸਾਧ ਸੰਗਤ, ਤੁਸੀਂ ਹਜ਼ੂਰ ਸਾਹਿਬ ਜਾਂਦੇ ਹੋ, ਇੱਥੋਂ ਚੱਲੋਗੇ 36 ਘੰਟੇ ਲੱਗਣਗੇ। ਸਵੇਰੇ ਚੱਲੋਗੇ, ਕੱਲ ਸ਼ਾਮੀ ਪਹੁੰਚੋਗੇ ਟ੍ਰੇਨ ਵਿੱਚ। ਆਪਣੇ ਸਾਧਨ ਉੱਤੇ ਜਾਓਗੇ ਤਾਂ 30-32 ਘੰਟਿਆਂ 'ਚ ਪਹੁੰਚ ਜਾਓਗੇ। ਪਰ ਜਦੋਂ ਜਹਾਜ਼ 'ਚ ਜਾਓਗੇ, ਚੰਡੀਗੜ੍ਹੋਂ ਬੈਠੋ, 1 ਘੰਟਾ 40 ਮਿੰਟਾਂ 'ਚ ਤੁਹਾਨੂੰ ਉਹਨੇ ਹਜ਼ੂਰ ਸਾਹਿਬ ਲਾ ਦੇਣਾ। 1 ਘੰਟੇ 40 ਮਿੰਟ 45 ਮਿੰਟ ਵਿੱਚ ਤੁਹਾਨੂੰ ਹਜ਼ੂਰ ਸਾਹਿਬ ਲਾ ਦੇਣਾ। ਉਹਦੀ ਸਪੀਡ, ਉਹਦੀ ਗਤੀ ਤੇਜ਼ ਹੋ ਗਈ। ਸਾਧ ਸੰਗਤ, ਏਦਾਂ ਹੀ ਸਾਧੂ ਦੀ ਪਾਵਰ ਇੰਨੀ ਵੱਧ ਜਾਂਦੀ ਹੈ, ਉਹ ਧਰਤੀ ਉੱਤੇ ਜਲ ਜਾਂ ਥਲ ਉੱਤੇ ਕੰਮ ਹੀ ਨਹੀਂ ਕਰਦਾ, ਉਹਦਾ ਸਰੀਰ ਇੱਥੇ ਰਹਿੰਦਾ। ਉਹਦੀ ਗਤੀ, ਉਹਦੀ ਪਾਵਰ ਇੰਨੀ ਤੇਜ਼ ਹੈ। ਸਾਧ ਸੰਗਤ, ਜੋ ਧਰਤੀ ਤੇ ਹੋ ਰਿਹਾ ਉਹਦੇ ਉੱਤੇ ਅਸਰ ਨਹੀਂ ਹੁੰਦਾ। ਜਹਾਜ਼ ਦੀ ਇੱਕ ਖੂਬੀ ਹੈ, ਤੁਸੀਂ ਸਾਰੇ ਹੁਣ ਜਹਾਜ਼ਾਂ 'ਚ ਸਫ਼ਰ ਕਰਦੇ ਹੋ। ਜਦੋਂ ਜਹਾਜ਼ ਸਵਾਰੀਆਂ ਪੈਸੇਂਜਰ ਲੈ ਕੇ ਟੇਕ ਆਫ ਕਰਦੇ ਨੇ, ਧਰਤੀ ਤੋਂ ਉੱਡਣ ਲੱਗਦਾ, ਉਦੋਂ ਪਾਇਲਟ ਕਹਿੰਦਾ ਵੀ ਸਾਰੇ ਪੈਸੇਂਜਰ ਆਪੋ ਆਪਣੀ ਸੀਟ ਬੈਲਟ ਲਾ ਕੇ ਆਪਣੀਆਂ ਕੁਰਸੀਆਂ ਤੇ ਬਹਿ ਜਾਓ। ਕਿਸੇ ਬੰਦੇ ਨੂੰ ਘੁੰਮਣ ਫਿਰਨ ਦੀ ਇਜਾਜ਼ਤ ਨਹੀਂ, ਕਿਸੇ ਨੂੰ ਪਾਣੀ ਨਹੀਂ ਮਿਲੇਗਾ, ਕੋਈ ਵਾਸ਼ਰੂਮ ਯੂਜ਼ ਨਹੀਂ ਕਰ ਸਕੇਗਾ। ਇੱਥੋਂ ਤੱਕ ਜਿਹੜਾ ਜਹਾਜ਼ ਵਿੱਚ ਕਰੂਜ਼ ਰੱਖਿਆ ਹੁੰਦਾ, ਜਿਹੜੀਆਂ ਬੱਚੀਆਂ ਜਲ ਪਾਣੀ ਦੀ ਵਿੱਚ ਸਪਲਾਈ ਕਰਦੀਆਂ ਨੇ, ਉਹ ਬੱਚੀਆਂ ਨੂੰ ਵੀ ਕਹਿ ਦਿੱਤਾ ਜਾਂਦਾ ਆਪੋ ਆਪਣੀ ਡਿਊਟੀ ਸੀਟ ਉੱਤੇ ਬੈਠ ਜਾਓ। ਉਹ 에ਅਰ ਹੋਸਟਰ ਵੀ ਬਹਿ ਜਾਂਦੀਆਂ ਨੇ, ਸਭ ਬੈਲਟਾਂ ਲਾ ਕੇ ਬਹਿ ਜਾਣਗੇ। ਤੁਸੀਂ ਸੀਟ ਤੋਂ ਉੱਠੋਗੇ, ਤੁਹਾਨੂੰ ਬਿਠਾ ਦਿੰਦੇ ਨੇ, ਬਹਿ ਜਾਓ, ਜਹਾਜ਼ ਟੇਕ ਆਫ ਹੋ ਰਿਹਾ, ਬੈਠ ਜਾਓ। 5-10 ਮਿੰਟ ਬਾਅਦ ਕੀ ਹੁੰਦਾ ਹੈ, ਉਹੀ ਉਹ ਜਹਾਜ਼ ਚਲਾਉਣ ਵਾਲਾ ਪਾਇਲਟ ਤੁਹਾਨੂੰ ਅਨਾਉਂਸ ਕਰਦਾ ਹੈ ਕਿ ਸੀਟ ਬੈਲਟ ਲਾਉਣ ਦੇ ਸੰਕੇਤ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ, ਤੁਸੀਂ ਘੁੰਮ ਫਿਰ ਸਕਦੇ ਹੋ, ਜਲ ਪਾਣੀ ਲੈ ਸਕਦੇ ਹੋ। ਉਹੀ ਉਹ ਜਿਹੜੀਆਂ 에ਅਰ ਹੋਸਟਰ ਵਿੱਚ ਨੇ ਉਹ ਘੁੰਮਣ ਫਿਰਨ ਲੱਗ ਪੈਂਦੀਆਂ ਨੇ। ਕਿਉਂ? ਕਿਉਂਕਿ ਧਰਤੀ ਤੋਂ ਜਹਾਜ਼ ਹੁਣ ਉਸ ਮੰਡਲ ਵਿੱਚ ਚਲਾ ਗਿਆ, ਉਸ ਸਤਹ ਵਿੱਚ ਚਲਾ ਗਿਆ ਜਿੱਥੇ ਧਰਤੀ ਦੀ ਗੁਰੁੱਤਾ ਆਕਰਸ਼ਣ ਖਤਮ ਹੋ ਗਈ ਹੈ। ਇਹਨੂੰ ਫਿਰ ਧਿਆਨ ਨਾਲ ਸੁਣਿਓ। ਜਹਾਜ਼ ਹੁਣ ਧਰਤੀ ਤੋਂ ਸੈਂਕੜੇ ਫੀਟ ਉੱਚਾ ਚਲਾ ਗਿਆ, ਧਰਤੀ ਦੀ ਗੁਰੁੱਤਾ ਆਕਰਸ਼ਣ ਤੋਂ ਉੱਪਰ ਉੱਠ ਗਿਆ। ਹੁਣ ਜੋ ਧਰਤੀ ਤੇ ਹੋ ਰਿਹਾ ਉਹ ਜਹਾਜ਼ ਉੱਤੇ ਅਸਰ ਨਹੀਂ ਹੁੰਦਾ। ਬੜੀ ਕਮਾਲ ਦੀ ਗੱਲ ਹੈ, ਧਰਤੀ ਤੇ ਮੀਂਹ ਪੈਂਦਾ ਹੁੰਦਾ, ਜਹਾਜ਼ ਸੁੱਕਾ ਹੁੰਦਾ ਉੱਪਰ। ਧਰਤੀ ਤੇ ਧੁੰਦ ਪਈ ਹੈ, ਜਹਾਜ਼ ਬਿਲਕੁਲ ਧੁੱਪ ਉੱਤੇ। ਧਰਤੀ ਉੱਤੇ ਮੀਂਹ ਪੈ ਰਿਹਾ, ਬਰਫ਼ ਪੈ ਰਹੀ ਹੈ, ਜਹਾਜ਼ ਦੇ ਉੱਪਰ ਸਾਧ ਸੰਗਤ ਮੀਂਹ ਬਰਫ਼ ਨਹੀਂ ਪੈਂਦਾ, ਉਹ ਬਹੁਤ ਉਚਾਈ ਵਿੱਚ ਚਲਾ। ਜੋ ਧਰਤੀ ਤੇ ਹੁੰਦਾ ਉਹ ਜਹਾਜ਼ ਉੱਤੇ ਅਸਰ ਨਹੀਂ ਹੁੰਦਾ। ਹੁਣ ਜਹਾਜ਼ ਸਫ਼ਰ ਤੇ ਪਹੁੰਚਦਾ ਪਤਾ ਕਦੋਂ ਮੰਜ਼ਿਲ ਤੇ, ਚੱਲ ਆਕਾਸ਼ ਵਿੱਚ ਰਿਹਾ ਪਰ ਉਹਦਾ ਸੰਪਰਕ ਧਰਤੀ ਨਾਲ ਰਹਿੰਦਾ। ਤੁਹਾਡੀ ਸਕਰੀਨ ਉੱਤੇ ਆਉਂਦਾ ਰਹਿੰਦਾ ਤੁਸੀਂ ਕਿਹੜੇ ਸਟੇਟ ਤੋਂ ਲੰਘ ਰਹੇ ਹੋ, ਕਿਹੜੇ ਦੇਸ਼ ਤੋਂ ਲੰਘ ਰਹੇ ਹੋ, ਬਕਾਇਦਾ ਪਤਾ ਹੈ। ਧਰਤੀ ਨਾਲ ਸੰਪਰਕ ਹੈ ਜਹਾਜ਼ ਦਾ, ਪਰ ਧਰਤੀ ਤੋਂ ਉਚਾਈ ਵਿੱਚ ਰਹਿੰਦਾ, ਉਹ ਆਪਣੀ ਮੰਜ਼ਿਲ ਤੇ ਛੇਤੀ ਪਹੁੰਚ ਜਾਂਦਾ ਹੈ। ਇਹੋ ਚੀਜ਼ ਇੱਕ ਸਾਧੂ ਦੇ ਜੀਵਨ ਵਿੱਚ ਵਰਤਦੀ ਹੈ। ਜਿਹੜਾ ਸੰਤ ਬ੍ਰਹਮ ਗਿਆਨੀ ਹੋ ਜਾਏ, ਸਾਧੂ ਹੋ ਜਾਏ, ਯਾਦ ਰੱਖਿਓ ਉਹਦਾ ਸਰੀਰ ਦਾ ਸੰਪਰਕ ਸੰਸਾਰ ਵਿੱਚ ਹੁੰਦਾ ਹੈ, ਉਹਦੀ ਸੁਰਤ ਦਾ ਸੰਪਰਕ ਨਿਰੰਕਾਰ ਨਾਲ ਰਹਿੰਦਾ। ਜੋ ਧਰਤੀ ਤੇ ਹੁੰਦਾ ਉਹਦੇ ਉੱਤੇ ਅਸਰ ਹੀ ਨਹੀਂ ਹੁੰਦਾ। ਲੱਖਾਂ ਲੋਕ ਉਹਦੀ ਨਿੰਦਿਆ ਕਰੀ ਜਾਣ, ਉੱਤੇ ਅਸਰ ਹੀ ਨਹੀਂ ਹੋਣਾ। ਲੱਖਾਂ ਲੋਕ ਉਹਦੀ ਵਡਿਆਈ ਕਰਨ ਲੱਗ ਪੈਣ, ਉੱਤੇ ਕੋਈ ਅਸਰ ਨਹੀਂ। ਕੋਈ ਬੁਰਾ ਕਹੋ ਭਾਵੇਂ ਭਲਾ ਕਹੋ, ਉਹਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਉਹ ਹਰਖ ਸੋਗ ਉਸਤਤ ਨਿੰਦਿਆ ਤੋਂ ਉੱਪਰ ਉੱਠ ਜਾਂਦਾ ਹੈ। ਉਹਦੀ ਵਡਿਆਈ ਵਿੱਚ ਹੀ ਮੇਰੇ ਪਾਤਸ਼ਾਹ ਨੇ ਕਿਹਾ, ਜੋ ਨਰ ਹੈ ਤੇ ਮਨੁੱਖ ਸਰੀਰ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ,
सुख सने अर पै नहीं जाके कंचन माटी माने। सानू घाटा पै जाए आपां उदास हो जाइदा, साधु ते उदासी आउंदी नहीं है। वो कहना मेरा है ही नहीं कुछ, ਉਹਦੇ ਉੱਤੇ असर ही नहीं हुंदा सोने मिट्टी का। कंचन माटी माने ने निंदया ने उस्तत जाके लोभ मोह अभिमाना। हरख सोगते रह न्यारो तिन जग तत पछाना। जिन्होंने बाणी याद है वो नाल पढ़ियो, तुहाडी हाजरी लगेगी। उस्तत निंदा दो त्याग है, उत्ते असर ही नहीं हुंदा। उस्तत निंदा दो त्याग है, खोजे पद निर्वाना। जन नानक खेल कठन है, किन्हू गुरमुख जाना। औखा बहुत है, पर जदों इस खेड विचों कोई पास हो जाता है उन्होंने संत कहते हैं। ਉਹਦੀ पावर ਵੱਧ ਜਾਂਦੀ है, वो बेखौफ हो जाता है, वो रब के रंग विच जीवन लग पैंदा है। पातशाह ने कहा ऐ हो सकता है, कई बार वो नकल कर सकता है कोई, क्योंकि असल की नकल छेती बाजार में आती है। ਉਹਦੇ बारे पातशाह ने एक वचन कहा बाणी अंदर, कहते भाई बाहरी तौर पर दुनिया अंदर फैल लोग उस तरीके नाल फैला कर सकते हैं, दस सकते हैं, कोई कह सकता है। कई बार सानू ये भुलेखा पैंदा है, असीं ये बाणी दीयां पंक्तियां सारिਆਂ उत्ते लाउण लग पैंदे आ, नहीं जी कोई संत नहीं है, हुण कोई संत नहीं है। नहीं, मैं रात भी श्रीमान संत बाबा अतर सिंह जी मस्तूआणे वाले उन्हों की बरसी सी, ये मैं संगरूर उन्होंने अस्थान पर रात भी बेनती कही, संत दा धरती ते होना रब की मजबूरी है। रब नूं धरती ते साधु रखना पैंदा है। जे रब धरती ते साधु ना लियावे ये धरती कदे भी गरक सकती है, क्योंकि जिन्ने पाप धरती ते हो रहे ने, माफ करियो, ये धरती भार नहीं चल सकती। रब की मजबूरी है, उन्होंने धरती ते संत पैदा करके रखने पैंदे ने। जे रब साधु धरती ते संत ना लियावे ये धरती गरक सकती है। अज जिन्ने क पाप लोगों के सामने आ रहे ना अखबारों से, नैट उत्ते, टेलीविजन, ये तो 1% है। 99% तो पता ही नहीं लगता की हो रहा है। कदे सरहंद वाली नहर ते खलो के वेख्यो जाके, रोज दियां अनेकां लाशां गलियां सड़ियां निकलदियां ने, पता नहीं कौन वढ़ के कित्थों वढ़ के सड़ दिंदा है। इन्ने कतल हो रहे हैं दुनिया में, इन्ने पाप हो रहे हैं। ये तो 1% है जो अखबार टेलीविजन नैट उत्ते आउंदा है, 99% तो गुप्त है। इसलिए साध संगत धरती गरक सकती है जे संत ना हो, धरती गरक सकती है जे कोई साधु नाम ना जपे, भगती ना करे। इस धरती उत्ते भगती तो बगैर टिक ही नहीं सकता। कोई ना थम्मे साध बिन साध ना दिसे जग विच कोआ। पातशाह ने कहा धरती नूं कौन टिका सकता है साधु तो बगैर। इसलिए मेरी ड्यूटी धरती ते संत पैदा करन दी है। तां श्री गुरु नानक साहब महाराज ने साधु पैदा किए, दूर दूर जाके कहा भाई संत बनो, ऐ शेख सज्जन ठग ना बन, साधु बन, नहीं तो धरती गरक जाएगी। खैर रब की मजबूरी है। पातशाह ने वचन कहे हाँ हो सकता है भी कोई नकल आ जाए दुनिया च, पर यदा मतलब ये नहीं कि असल खत्म हो जाए, असल भी रहिंदा है। आर्टिफिशियल गहने मेले बाजार चों मिल जाते हैं, तुसीं 50 रुपए की सोने की चैनी बाहरों लैके पा सकते हो, दुकान लगी है। पर साध संगत यदा मतलब ये थोड़ी भी असल खत्म हो गया। कईयां ने असली भी पाइया हुई, सारिया ने नकली थोड़ी पाए। कोई नकल हो सकती है कि दुनिया अंदर फैल वह फलाह हो जाए दुनिया के अंदर, पर यह भी सच है कि जिन पट अंदर बाहर गुदड़ ते भले संसार, तिन ने हो लगा रब सेती देखने विचार। ये भी सच्चाई है कि रंग हसे रंग रोवे, चुप पी कर जाहे, परवाह नाही किसे केरी बाज सच्चे ना। ऐदां दे भी हैं जिन्होंने रब तो बगैर किसी की परवाह नहीं, जिड्डा वड्डा मर्जी राजा आ जाए,
ਕਿਉਂਕਿ ਉਹ ਤਾਂ ਸ੍ਰਿਸ਼ਟੀ ਦਾ ਰਾਜਾ ਹੈ ਨਾ। ਇੱਥੇ ਦੇਸ਼ ਦਾ PM ਆ ਜਾਏ, ਕਿਸੇ ਸਟੇਟ ਦੇ CM ਨੂੰ ਸਮਝਦਾ ਨਹੀਂ ਕੁਛ। ਉਹ ਕਹਿੰਦਾ ਤੇਰੇ ਵੱਧ ਕੇ 27 CM ਤੁਰੇ ਫਿਰਦੇ ਆ, ਤੂੰ ਕੀ ਹੈ। ਛੋਟੇ ਦੇਸ਼ ਦਾ ਰਾਜਾ ਹੀ ਹੋਵੇ, ਉਹ CM ਨੂੰ ਕਈ ਵਾਰ ਬੁਲਾਉਂਦਾ ਨਹੀਂ ਤੁਹਾਡੀ ਸਟੇਟ ਜਾ ਕੇ, ਉਹ ਕਹਿੰਦਾ 27 ਸਟੇਟਾਂ ਦੇ CM ਤੁਰੇ ਫਿਰਦੇ, ਤੂੰ ਕੀ ਹੈ। ਤੇ ਜਿਹੜਾ ਸ੍ਰਿਸ਼ਟੀ ਦਾ ਰਾਜਾ ਹੋਵੇ ਉਹ ਕਿਸੇ ਰਾਜੇ ਦੀ ਪਰਵਾਹ ਕਰਦਾ? ਜਿਹਦਾ ਹੁਕਮ ਪੂਰੀ ਦੁਨੀਆ 'ਚ ਚੱਲਦਾ ਹੋਵੇ ਉਹ ਕਿਸੇ ਨੂੰ ਅੱਖ ਥੱਲੇ ਧਰਦਾ? ਉਹ ਕਹਿੰਦਾ ਤੂੰ ਕੀ ਹੈ। ਦੁਨੀਆ ਦੇ ਵੱਡੇ ਵੱਡੇ ਰਾਜੇ ਤੁਰੇ ਫਿਰਦੇ ਨੇ, ਰੱਬ ਨੇ ਮੈਨੂੰ ਸ੍ਰਿਸ਼ਟੀ ਦਾ ਰਾਜਾ ਬਣਾਇਆ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਇਸ ਲਈ ਰੰਗ ਹੱਸੈ ਰੰਗ ਰੋਵੇ ਚੁੱਪ ਵੀ ਕਰ ਜਾਹੇ। ਉਹ ਰੱਬ ਦੇ ਪਿਆਰ 'ਚ ਵਿਰਾਗ ਵਿੱਚ ਰੋਂਦੇ ਨੇ, ਉਹਦੇ ਨਾਲ ਹੱਸਦੇ ਨੇ, ਉਹਨੇ ਦੁਨੀਆ ਤੋਂ ਕੀ ਲੈਣਾ। ਚੁੱਪ ਵੀ ਕਰ ਜਾਹੇ ਪਰਵਾਹ ਨਾ ਹੀ ਕਿਸੇ ਕੇਰੀ, ਬਾਜ ਸੱਚੇ ਨਾ, ਉਹਨਾਂ ਨੂੰ ਰੱਬ ਤੋਂ ਬਗੈਰ ਕਿਸੇ ਦੀ ਪਰਵਾਹ ਨਹੀਂ। ਉਹ ਪਰਵਾਹ ਕਰਦੇ ਨੇ ਰੱਬ ਦੀ ਕਰਦੇ ਨੇ, ਆ ਬੰਦਿਆਂ ਦੀ ਤਾਂ ਕਰਦੇ ਨਹੀਂ ਬਿਲਕੁਲ।